हेलो एवरीवन। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਇੰਡੀਅਨ ਕੰਟਰੈਕਟ ਐਕਟ 1872 ਦਾ ਇੰਡੈਕਸ ਯਾਦ ਕਰਨਾ ਸਿਰਫ ਬੇਅਰ ਐਕਟ ਦਾ ਆਪਣੇ ਐਗਜ਼ਾਮ ਦੇ ਲਈ। ਤੇ ਮੈਂ ਤੁਹਾਨੂੰ ਦੱਸਦੀ ਹਾਂ 1872 ਵਾਈ ਇਜ਼ ਇਟ ਸੋ ਸਪੈਸ਼ਲ। ਬਹੁਤ ਸਪੈਸ਼ਲ ਇਸ ਕਰਕੇ ਹੈ ਕਿਉਂਕਿ 1872 ਦੇ ਵਿੱਚ ਜਦ ਯੂਐਸ ਦੇ ਵਿੱਚ ਇਲੈਕਸ਼ਨ ਹੋਈ ਸੀ ਉਸ ਟਾਈਮ ਤੇ ਮਿਸਟਰ ਗ੍ਰਾਂਟ ਡਿਫੀਟਡ ਹੋਰਸ। ਜੀ ਹਾਂ, ਗ੍ਰਾਂਟ ਨੇ ਡਿਫੀਟ ਕੀਤਾ ਸੀ ਹੋਰਸ ਨੂੰ। ਇਸ ਦੇ ਲਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਤੇ ਸਪੈਸ਼ਲ ਈਅਰ ਹੈਗਾ। ਹੁਣ ਯਾਦ ਕਰਨ ਦੇ ਲਈ ਇੱਕ ਟ੍ਰਿਕ ਇਹ ਹੈਗਾ ਵੀ ਜਿਹੜੀ ਚੀਜ਼ ਜਿੰਨੀ ਅਜੀਬ ਤੇ ਫਨੀ ਤਰੀਕੇ ਦੇ ਨਾਲ ਤੁਸੀਂ ਯਾਦ ਕਰੋਗੇ ਉਹਨਾਂ ਤੁਹਾਨੂੰ ਹਸੀ ਵੀ ਆਏਗੀ ਤੇ ਉਹ ਯਾਦ ਵੀ ਰਹੇਗੀ, ਕਿਉਂਕਿ ਅਜੀਬ ਚੀਜ਼ਾਂ ਜ਼ਿਆਦਾਤਰ ਯਾਦ ਰਹਿੰਦੀਆਂ ਨੇ ਤੇ ਮੈਂ ਉਹੀ ਇਨਕੋਰਪੋਰੇਟ ਕਰਨ ਦੀ ਕੋਸ਼ਿਸ਼ ਕਰਾਂਗੀ। ਸਭ ਤੋਂ ਪਹਿਲਾਂ you need to understand the fact that all contracts are agreements, but all agreements they are not contracts. Okay? ਹੁਣ ਇੰਡੀਅਨ ਕੰਟਰੈਕਟ ਐਕਟ ਆਫ 1872 ਆਪਾਂ ਯੂਐਸ ਦੇ ਇਲੈਕਸ਼ਨਸ ਦੇ ਨਾਲ ਰਿਲੇਟ ਕਰਕੇ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਹੈਗਾ ਪ੍ਰੀਲਿਮਿਨਰੀ। ਇਲੈਕਸ਼ਨ ਹੋਣ ਤੋਂ ਪਹਿਲਾਂ ਇੱਕ ਟਾਈਟਲ ਦਿੱਤਾ ਜਾਂਦਾ ਹੈ ਵੀ ਇਹ ਇਸ ਸਾਲ ਦੇ ਇਲੈਕਸ਼ਨ ਹੈਗੇ ਨੇ, ਕੀ ਐਕਸਟੈਂਟ ਹੈਗਾ ਉਹਦਾ ਵੀ ਕਿੱਥੇ ਤੱਕ ਇਹ ਸੀਮਿਤ ਹੋਣਗੇ ਤੇ ਇਹ ਕਦੋਂ ਫੋਰਸ ਦੇ ਵਿੱਚ ਆਣਗੇ। ਉਸ ਤੋਂ ਬਾਅਦ ਹਰ ਕਹੀ ਗੱਲ ਦਾ ਇੰਟਰਪ੍ਰੀਟੇਸ਼ਨ ਕੀ ਹੋਏਗਾ ਉਹ ਪ੍ਰੀਲਿਮਿਨਰੀ ਦੇ ਵਿੱਚ ਹੀ ਆਂਦਾ ਹੈ। ਇਟ ਮੀਨਸ ਤੁਸੀਂ ਬੇਸ ਸੈਟ ਕਰ ਦਿੱਤਾ ਹੈ ਇਲੈਕਸ਼ਨ ਹੋਣ ਤੋਂ ਪਹਿਲਾਂ। ਸੋ ਆਈ ਰਿਪੀਟ ਮਾਈਸੈਲਫ, ਪ੍ਰੀਲਿਮਿਨਰੀ ਦੇ ਵਿੱਚ ਆਂਦਾ ਹੈ ਟਾਈਟਲ ਜਿਹੜਾ ਐਕਟ ਹੈਗਾ ਜਾਂ ਆਪਣਾ ਇਲੈਕਸ਼ਨ ਦੇ ਬਾਰੇ। ਐਕਸਟੈਂਟ ਉਹ ਕਦੋਂ ਕਮੈਂਸ ਹੋਇਆ ਮਤਲਬ ਕਦੋਂ ਇਨ ਫੋਰਸ ਆਇਆ, ਉਸਦਾ ਇੰਟਰਪ੍ਰੀਟੇਸ਼ਨ ਕਲੌਜ਼ ਕੀ ਹੈਗਾ। ਠੀਕ ਹੈ, ਹੁਣ ਚੱਲਦੇ ਹਾਂ ਚੈਪਟਰ 1 ਦੀ ਤਰਫ। ਸਭ ਤੋਂ ਪਹਿਲਾਂ ਜਦ ਸ਼ੁਰੂਆਤ ਹੋਈ ਇਲੈਕਸ਼ਨ ਦੀ, ਆਪਾਂ ਕਹਿ ਸਕਦੇ ਹਾਂ ਇੰਡੀਅਨ ਕੰਟਰੈਕਟ ਐਕਟ ਦੀ, ਉਸ ਦੇ ਵਿੱਚ ਕੀਤਾ ਗਿਆ ਕਮਿਊਨੀਕੇਟ, ਜਿਹਦਾ ਮਤਲਬ ਹੈ ਹੋਰਸ ਨੇ ਕਮਿਊਨੀਕੇਟ ਕੀਤਾ ਲੋਕਾਂ ਨੂੰ ਤੇ ਮਿਸਟਰ ਗ੍ਰਾਂਟ ਨੂੰ ਕਿ ਕਿਹੜੀਆਂ ਚੀਜ਼ਾਂ ਆਪਾਂ ਐਕਸੈਪਟ ਕਰਨੀਆਂ ਨੇ ਤੇ ਕਿਹੜੇ ਪ੍ਰਪੋਜ਼ਲਸ ਆਪਾਂ ਰਿਵੋਕ ਕਰਨੇ ਨੇ, ਜਿਹਦਾ ਮਤਲਬ ਇਹ ਹੈਗਾ ਵੀ ਨਹੀਂ ਮੰਨਨੇ। ਤਾਂ ਹੁਣ ਇਹਦੇ ਵਿੱਚ ਕਮਿਊਨੀਕੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜਦ ਉਹਨਾਂ ਦੀ ਵਾਰਤਾਲਾਪ ਹੋਈ, ਗੱਲਬਾਤ ਹੋਈ, ਉਹਦੇ ਵਿੱਚ ਉਹਨਾਂ ਨੇ ਕੀ ਗੱਲਾਂ ਕੀਤੀਆਂ। देख भाई, अपने को नहीं चलता ऐसे, सबसे पहले तुम्हें कम्युनिकेट करना पड़ेगा तुम्हारा कौन सा एरिया है, एक्सेप्ट करना पड़ेगा और अगर मैं रिवोक करूं उसको मानना पड़ेगा और तब मानेंगे कम्युनिकेशन कंप्लीट हो गया। उसके बाद किस तरीके से किसी के प्रपोजल को एक्सेप्ट किया जाएगा, रिजेक्ट किया जाएगा। अगर रिवोक करना भी है, मान लो आपको नहीं पसंद आ रहा, तो वो कैसे रिवोक किया जाएगा। एक्सेप्टेंस मस्ट बी एब्सोल्यूट, ये नहीं कि मैंने बोल दिया और आप बोल रहे अरे नहीं 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 अभी नहीं चलेगा। तो एक्सेप्टेंस बाय परफॉर्मिंग कंडीशन, शर्तें लगेंगी, रिसीविंग कंसिडरेशन, दूसरे बंदे का भी पॉइंट ऑफ व्यू जाना चाहेगा, प्रॉमिस होगा, शपथ ली जाएगी, इसके ऊपर एक्सप्रेस की जाएंगी अपनी फीलिंग्स और इंप्लाइड होगा। ठीक है, ਇਹ ਤਰੀਕਾ ਹੈਗਾ ਕਮਿਊਨੀਕੇਸ਼ਨ ਯਾਦ ਕਰਨ ਦਾ। ਸਭ ਤੋਂ ਪਹਿਲਾਂ ਇਲੈਕਸ਼ਨ ਹੋਣ ਤੋਂ ਪਹਿਲਾਂ ਆਪਾਂ ਕਮਿਊਨੀਕੇਟ ਕਰਾਂਗੇ ਵੀ ਗਰਾਊਂਡ ਰੂਲਸ ਸੈੱਟ ਕਰਾਂਗੇ। ਉਸ ਤੋਂ ਬਾਅਦ ਹੈਗਾ ਸੈਕੰਡ ਚੈਪਟਰ ਦੇ ਵਿੱਚ ਵੀ ਆਰ ਗੋਇੰਗ ਟੂ ਟਾਕ ਆਫ ਕੰਟਰੈਕਟਸ। ਪਹਿਲਾਂ ਕਮਿਊਨੀਕੇਟ ਕੀਤਾ, ਉਸ ਤੋਂ ਬਾਅਦ ਆਏਗਾ ਕੰਟਰੈਕਟਸ। ਇਹਦਾ ਵੀ ਟ੍ਰਿਕ ਦਵਾਂਗੀ, ਕੰਟਰੈਕਟਸ, voidable contracts and void agreements। ਹੁਣ void ਦਾ ਮਤਲਬ ਇਹ ਹੈ ਜਿਹੜਾ ਲੀਗਲ ਨਾ ਹੋਏ, ਇਨਵੈਲਿਡ ਹੋਏ। ਹੁਣ ਜਦ ਆਪਾਂ ਕਮਿਊਨੀਕੇਟ ਕਰ ਲਈ ਗੱਲਾਂ, ਉਸ ਤੋਂ ਬਾਅਦ ਤਾਂ ਐਗਰੀਮੈਂਟ ਬਣੇਗਾ ਨਾ ਉਹਦੇ ਉੱਤੇ। ਤਾਂ ਸੈਕੰਡ ਚੈਪਟਰ ਇਟ ਡੀਲਸ ਵਿਦ ਅਗਰੀਮੈਂਟ। ਇਹਦੇ ਵਿੱਚ ਕਿਹਾ ਗਿਆ ਹੈ ਵਾਟ ਅਗਰੀਮੈਂਟਸ ਆਰ ਕੰਟਰੈਕਟਸ, ਕਿਹੜੇ ਅਗਰੀਮੈਂਟਸ ਕੰਟਰੈਕਟ ਹੁੰਦੇ ਨੇ। ਬਿਕਾਜ਼ ਆਈ ਜਸਟ ਟੋਲਡ ਯੂ ਆਲ ਅਗਰੀਮੈਂਟਸ ਆਰ ਨਾਟ ਕੰਟਰੈਕਟਸ। who are competent to contract, ਉਹਦੇ ਵਿੱਚ ਕਿਹੜੀਆਂ ਪਾਰਟੀਆਂ ਆਣਗੀਆਂ, ਕਿ ਸਭ ਪਲੇਅਰਸ ਆ ਸਕਦੇ ਜਾਂ ਨਹੀਂ। ਤੇ ਕੰਟਰੈਕਟ ਕਰਦੇ ਹੋਏ, ਅਗਰੀਮੈਂਟ ਕਰਦੇ ਹੋਏ ਰਿਟਨ ਦੇ ਵਿੱਚ ਆਪਾਂ ਇਹ ਵੀ ਦੇਖਣਾ ਵੀ ਆਪਾਂ ਸਾਊਂਡ ਮਾਈਂਡ ਦੇ ਵਿੱਚ ਹੈਗੇ ਆ, ਕੁਝ ਇੰਟੌਕਸੀਕੇਟਡ ਤਾਂ ਨਹੀਂ, ਪੈਗ ਤਾਂ ਨਹੀਂ ਲੱਗੇ ਹੋਏ, ਠੀਕ ਠਾਕ ਹੈਗੇ ਆ। ਫਿਰ ਆਪਾਂ ਕੰਸੈਂਟ ਦੀ ਡੈਫੀਨੇਸ਼ਨ ਲਿਖੀ ਹੋਈ ਹੈ ਇੱਥੇ। ਫ੍ਰੀ ਕੰਸੈਂਟ ਵੀ ਹੋਣਾ ਚਾਹੀਦਾ, ਇਹ ਨਹੀਂ ਵੀ ਅੰਡਰ ਪ੍ਰੈਸ਼ਰ ਤੁਸੀਂ ਕੋਈ ਕੰਮ ਕਰ ਰਹੇ ਹੋ। ਉਸ ਤੋਂ ਬਾਅਦ ਹੈਗਾ ਕੋਹਰਸ਼ਨ, ਜਿਹਦਾ ਮਤਲਬ ਹੈਗਾ ਵੀ ਕਿਸੇ ਨੂੰ ਫੋਰਸ ਕਰਕੇ, ਕੋਈ ਥ੍ਰੈਟ ਦੇ ਕੇ ਤਾਂ ਨਹੀਂ ਕੰਮ ਕਰਾਇਆ ਜਾ ਰਿਹਾ, ਅਨਡਿਊ ਇਨਫਲੂਐਂਸ ਤਾਂ ਨਹੀਂ ਹੈ, ਫਰਾਡ ਤਾਂ ਨਹੀਂ ਹੈ। ਤੇ ਨਾਲ ਦੀ ਨਾਲ ਮੰਨ ਲਓ ਇੱਕ ਅੱਧਾ ਕਲੌਜ਼ ਮਿਸ ਇੰਟਰਪ੍ਰੇਟ ਕੀਤਾ ਹੋਇਆ, ਉਹਨੂੰ ਵੀ ਡਿਫਾਈਨ ਕੀਤਾ ਹੋਇਆ। ਤੇ ਜੇ ਕਿਸੇ ਅਗਰੀਮੈਂਟ ਨੂੰ void ਡਿਕਲੇਅਰ ਕਰਨਾ ਹੈ, voidability of agreements,
ਵਿਦਆਊਟ ਫ੍ਰੀ ਕੰਸੈਂਟ ਵੀ ਗੱਲ ਕੀਤੀ ਗਈ ਹੈ ਇਹਦੇ ਵਿੱਚ ਸੈਕੰਡ ਚੈਪਟਰ ਦੇ ਵਿੱਚ agreement void where both parties are under mistake as to matter of fact ਜੇ ਦੋਵਾਂ ਪਾਰਟੀਆਂ ਤੋਂ ਗਲਤੀ ਹੋਈ ਹੈ ਤਾਂ ਫਿਰ ਤਾਂ void ਡਿਕਲੇਅਰ ਕਰਨਾ ਹੀ ਪਏਗਾ ਦੋਵੇਂ ਮੰਨ ਜਾਣਗੇ ਹੋ ਸਕਦਾ ਹੈ ਦੋਵੇਂ ਪਾਰਟੀਆਂ ਨੇ ਠੀਕ ਕੰਮ ਕੀਤਾ ਹੋਏ ਪਰ ਲਾਅ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੋਏ ਉਹ ਵੀ ਅਗਰੀਮੈਂਟ ਇਸ ਦੇ ਅੰਦਰ ਹੀ ਕਵਰ ਹੁੰਦਾ ਹੈ ਸੈਕੰਡ ਚੈਪਟਰ ਦੇ ਵਿੱਚ ਅੱਗੇ ਇਹ ਹੈ ਵੀ ਹੋ ਸਕਦਾ ਹੈ ਕੰਟਰੈਕਟ ਇਜ਼ ਕਾਜ਼ਡ ਬਾਈ ਮਿਸਟੇਕ ਆਫ ਵਨ ਪਾਰਟੀ ਤੇ ਉਸ ਦੇ ਵਿੱਚ what considerations and objects are lawful and what not ਜੇ ਗਲਤੀ ਹੋ ਵੀ ਗਈ ਲਿਖਦੇ ਲਿਖਦੇ ਤੇ ਕਿਹੜੀ ਚੀਜ਼ਾਂ lawful ਹੋਣਗੀਆਂ ਕਿਹੜੀਆਂ ਨਹੀਂ ਉਹ ਵੀ ਸੈਕੰਡ ਚੈਪਟਰ ਦੇ ਵਿੱਚ ਹੀ ਗੱਲ ਕੀਤੀ ਗਈ ਹੈ ਜਿਹਦੇ ਵਿੱਚ ਆਪਾਂ ਹੁਣੇ ਪੜਿਆ ਹੈ ਕਿ ਕੰਟਰੈਕਟਸ voidable ਹੋਣਗੇ ਜਾਂ void agreements ਹੋ ਸਕਦੇ ਨੇ ਹੁਣ ਆਪਾਂ ਗੱਲ ਕਰਦੇ ਹਾਂ void agreements ਦੀ ਜੇ ਇੱਕ ਹਿੱਸਾ ਅਨਲॉफुल ਹੈ agreement ਦਾ ਤਾਂ ਵੀ ਉਹ void ਹੋ ਜਾਏਗਾ ਜੇ if it is without consideration ਤਾਂ ਵੀ ਅਨਲॉफुल ਹੋਏਗਾ agreement in restraint of marriage ਉਹ ਵੀ void ਹੋਏਗਾ ਜੇ ਮੈਰਿਜ ਦੇ ਵਿੱਚ ਇਮੋਸ਼ਨਸ ਨੂੰ ਕੰਟਰੋਲ ਕੀਤਾ ਜਾਏ ਤਾਂ ਉਹ ਵੀ ਐਕਸੈਪਟੇਬਲ ਨਹੀਂ ਹੁੰਦਾ ਟ੍ਰੇਡ ਦੇ ਵਿੱਚ ਵੀ ਜੇ ਇੰਜ ਹੋਵੇ ਤਾਂ ਵੀ ਐਕਸੈਪਟੇਬਲ ਨਹੀਂ ਹੈ ਕਿਉਂਕਿ ਗੁੱਡਵਿਲ ਤੇ ਚੱਲਦਾ ਹੈ ਨਾ ਸਭ ਕੁਝ ਤੇ ਜੇ ਲੀਗਲ ਪ੍ਰੋਸੀਡਿੰਗਸ ਤੇ ਵੀ ਰਿਸਟ੍ਰੇਨ ਕੀਤਾ ਜਾਏ ਉਹ ਵੀ void ਹੋ ਜਾਏਗਾ agreements void for uncertainty ਬਿਲਕੁਲ void ਹੋਣਗੇ ਤੇ agreements by way of wager void ਜਿਹਦਾ ਮਤਲਬ ਹੈ ਜਦ ਆਪਾਂ ਬੈਟ ਕਰਕੇ ਜਾਂ ਗੈਂਬਲ ਕਰਕੇ ਕੋਈ agreement ਕਰੀਏ ਉਹ ਵੀ void ਹੋ ਜਾਏਗਾ ਇਹਦੇ ਵਿੱਚ ਥੋੜੀ ਐਕਸੈਪਸ਼ਨ ਹੁੰਦੀ ਹੈ ਕਿਉਂਕਿ ਹਾਰਸ ਰਾਈਡਿੰਗ ਉਦੋਂ ਬਹੁਤ ਚੱਲਦੀ ਸੀ ਯੂਐਸ ਦੇ ਵਿੱਚ ਤਾਂ ਆਪਾਂ ਕਹਿ ਸਕਦੇ ਹਾਂ ਵੀ ਐਕਸੈਪਸ਼ਨ ਇਨ ਫੇਵਰ ਆਫ ਸਰਟਨ ਪ੍ਰਾਈਸਸ ਫॉर ਹਾਰਸ ਰਾਈਡਿੰਗ ਠੀਕ ਹੈ ਇਹ ਯਾਦ ਰੱਖਿਓ ਹੁਣ ਆਪਾਂ ਅੱਗੇ ਚੱਲਦੇ ਹਾਂ ਬਟ ਉਸ ਤੋਂ ਪਹਿਲਾਂ ਇੱਕ ਵਾਰ ਫਰਸਟ ਤੇ ਸੈਕੰਡ ਚੈਪਟਰ ਦੁਬਾਰਾ ਦੇਖ ਲੈਂਦੇ ਹਾਂ ਸੋ ਦੋ ਪੁਆਇੰਟਸ ਦੇ ਵਿੱਚ ਆਪਾਂ ਪ੍ਰੀਲਿਮਿਨਰੀ ਗੱਲ ਕਰਤੀ ਬੇਸ ਬਿਛਾਤਾ ਉਸ ਤੋਂ ਬਾਅਦ ਕਮਿਊਨੀਕੇਟ ਕਰਨਾ ਹੈ ਆਪਣੇ ਆਪਣੇ ਗਰਾਊਂਡ ਰੂਲ ਸੈੱਟ ਕਰਕੇ ਕਮਿਊਨੀਕੇਟ ਕਰਨਾ ਹੈ ਪੁਆਇੰਟ ਨੰਬਰ 3 ਤੋਂ ਲੈ ਕੇ 9 ਤੱਕ ਕਮਿਊਨੀਕੇਟ ਕੀਤਾ ਹੋਇਆ ਉਸ ਤੋਂ ਬਾਅਦ ਆਪਾਂ ਇਹ ਦੱਸਦੇ ਹਾਂ ਵੀ ਜੋ ਆਪਾਂ ਕਮਿਊਨੀਕੇਟ ਕੀਤਾ ਹੈ ਉਹ ਕੰਟਰੈਕਟ ਠੀਕ ਹੈਗਾ ਵੋਇਡੇਬਲ ਕੰਟਰੈਕਟਸ ਹੈਗੇ ਨੇ ਵੋਇਡ ਐਗਰੀਮੈਂਟਸ ਤਾਂ ਨਹੀਂ ਹੈਗੇ ਨੇ ਤੇ ਉਹਦੇ ਵਿੱਚ ਕੀ ਕੁਝ ਆਤਾ ਹੈ ਆਪਾਂ ਹੁਣੇ ਪੜ੍ਹ ਕੇ ਦੇਖ ਲਿਆ ਹੁਣ ਆਪਾਂ ਚੱਲਦੇ ਹਾਂ ਚੈਪਟਰ 3 ਦੇ ਵੱਲ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਕੰਟਿੰਜੈਂਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਇਹਨੂੰ ਯਾਦ ਕਰਨ ਦੇ ਲਈ ਕੰਡੀਸ਼ਨਲ ਹੁਣ ਕੰਡੀਸ਼ਨਸ ਰੱਖੀਆਂ ਜਾਣਗੀਆਂ ਗਰਾਊਂਡ ਰੂਲ ਸੈੱਟ ਹੋ ਗਏ ਐਗਰੀਮੈਂਟ ਬਣ ਗਿਆ ਵੋਇਡ ਹੋ ਗਏ ਕਿਹੜੀ ਚੀਜ਼ ਕਿਹੜੀ ਨਹੀਂ ਵੋਇਡ ਉਹ ਵੀ ਹੋ ਗਿਆ ਹੁਣ ਆਪਾਂ ਸ਼ਰਤਾਂ ਰੱਖਾਂਗੇ ਤੇ ਸਭ ਤੋਂ ਪਹਿਲਾਂ ਇਹ ਦਿਖਾਇਆ ਗਿਆ ਜਾਂ ਦੱਸਿਆ ਗਿਆ ਵੀ ਕੰਟਿੰਜੈਂਟ ਕੰਟਰੈਕਟ ਕੀ ਹੁੰਦੇ ਨੇ ਕਿਹੜੀ ਇਵੈਂਟ ਦੇ ਵਿੱਚ ਉਹ ਲੱਗਣਗੇ ਕਿਹੜੀ ਇਵੈਂਟ ਦੇ ਵਿੱਚ ਜਦ ਇਵੈਂਟ ਨਹੀਂ ਹੋ ਰਹੀ ਉਹ ਨਹੀਂ ਲੱਗਣਗੇ ਫਿਊਚਰ ਦੇ ਵਿੱਚ ਕਿਸੇ ਲਿਵਿੰਗ ਪਰਸਨ ਦੇ ਕੰਡਕਟ ਤੇ ਕਦੋਂ ਉਹ ਇੰਪੋਸੀਬਲ ਵੀ ਹੋ ਸਕਦੇ ਨੇ ਹੋ ਸਕਦਾ ਨਾ ਚਾਂਸਸ ਹੈਗੇ ਨੇ ਕੰਡੀਸ਼ਨਲ ਹੈ ਕੱਲ ਨੂੰ ਜਾ ਕੇ ਅਗਲਾ ਮੰਨੇ ਨਾ ਮੰਨੇ ਅਸੀਂ ਕੀ ਕਹਿ ਸਕਦੇ ਹਾਂ ਤੇ ਕਦੋਂ ਉਹ ਵੋਇਡ ਹੋ ਜਾਣਗੇ ਕੰਡੀਸ਼ਨ ਹੈ ਜੀ ਆਪਣੀ ਆਪਣੀ ਸ਼ਰਤਾਂ ਤੇ ਆਪਾਂ ਇਲੈਕਸ਼ਨ ਖੇਡਣੀ ਹੈਗੀ ਹੈ ਤੇ agreement contingent on impossible events void impossible events ਤੇ ਵੀ ਜੇ ਤੁਸੀਂ ਸ਼ਰਤਾਂ ਰੱਖੀ ਜਾਓਗੇ ਨਹੀਂ ਜੀ ਇਹ ਇਲੈਕਸ਼ਨ ਇਦਾਂ ਹੋਣੀ ਸੀ ਤਾਂ ਵੀ ਜਿਹੜਾ 3rd ਚੈਪਟਰ ਹੈ ਉਹ ਵਾਲਾ ਕਾਨੂੰਨ ਉਸ ਤੇ ਲੱਗੇਗਾ ਹੁਣ ਸ਼ਰਤਾਂ ਵੀ ਰੱਖ ਲਈਆਂ ਆਪਾਂ ਹੁਣ ਚੈਪਟਰ 4 ਵੱਲ ਚੱਲਦੇ ਹਾਂ which deals with performance of contract ਸ਼ਰਤਾਂ ਰੱਖ ਕੇ ਹੁਣ ਚਲੋ ਜੀ get into action and there you perform ਹੁਣ ਜਦ ਆਪਾਂ ਪਰਫਾਰਮ ਕਰਦੇ ਹਾਂ ਤਾਂ obligation of parties to contract perform ਕਰਦੇ ਹੋਏ ਤੁਹਾਡਾ ਕੀ obligation ਹੈ contract ਦੇ ਵੱਲ ਉਹ ਧਿਆਨ ਦੇ ਵਿੱਚ ਰੱਖਣਾ ਹੈ ਕੀ ਇਫੈਕਟ ਹੋਏਗਾ if you back out oh sorry I can't perform I'm so sorry effect of refusal of party to perform promise wholly ਜੇ ਪੂਰਾ ਹੀ ਮਨਾ ਕਰ ਦਿੱਤਾ ਜਾਏ oops sorry I wasn't there I'm not ready to accept ਉਸ ਤੋਂ ਬਾਅਦ 4th part ਦੇ ਵਿੱਚ ਜਾਂ ਆਪਾਂ ਕਹਿ ਸਕਦੇ ਹਾਂ 4th chapter ਦੇ ਵਿੱਚ ਇਹ ਵੀ ਆਂਦਾ ਹੈ by whom contracts must be performed if there are two parties ਇੱਕ grant ਦੀ ਸਾਈਡ ਸੀ ਤੇ ਇੱਕ harass ਦੀ ਸਾਈਡ ਸੀ ਹੁਣ contracts ਕੌਣ perform ਕਰੇਗਾ person by whom promise is to be performed ਇਹ ਦੱਸਿਆ ਜਾਏਗਾ ਵੀ leading player perform ਕਰੇਗਾ ਜਾਂ sub players ਵੀ perform करेंगे effect of accepting performance from third party मान लो कोई third party perform कर रही है फिर की effect होएगा devolution या ਆਪਾਂ ਕਹਿ ਸਕਦੇ ਹਾਂ transfer of joint liabilities ਜੇ ਤੁਸੀਂ ਆਪਣੇ ਮੋਢੇ ਤੋਂ ਇਹ ਟੈਨਸ਼ਨ ਦੂਰ ਕਰਨਾ ਚਾਹੁੰਦੇ ਹੋ ਤੇ ਨਾਲ ਦੀ ਨਾਲ
any one of joint promisers may be compelled to perform। हो सकता है जे तुसी किसी नाल पार्टी बनाओ ते वो कहन भी नहीं जी आपां तां कॉन्ट्रैक्ट्स कीते हैं किहड़े वॉइड हैं किहड़े नहीं वॉइड। उस तो बाद आपां कम्युनिकेट भी कीता सी, उस तो पहला कंडीशनिंग भी कीती सी। हुण तां जे तुसी जॉइंट एफर्ट पांदे हो तां तुसी ये करोगे ही करोगे। ते उस तो बाद इफेक्ट ऑफ रिलीज ऑफ वन जॉइंट प्रॉमिसर जो निकल जाता है। डेवोल्यूशन ऑफ जॉइंट राइट्स किस तरीके दे नाल ट्रांसफर होणगे ਜਿਹੜੇ ਜੁਆਇੰਟ ਰਾਈਟਸ ਹੈਗੇ ਨੇ। ਹੁਣ ਜਦ ਆਪਾਂ ਪਰਫਾਰਮ ਕਰ ਰਹੇ ਹਾਂ ਤਾਂ ਇਲੈਕਸ਼ਨ ਦੇ ਵਿੱਚ ਇਟ ਮੀਨਸ ਪਰਫਾਰਮ ਕਰ ਰਹੇ ਹਾਂ ਤਾਂ ਮਤਲਬ ਹੈਗਾ ਪਰਫਾਰਮੈਂਸ ਆਫ ਕੰਟਰੈਕਟਸ। ਹੁਣ ਦੇਖੋ ਇਲੈਕਸ਼ਨ ਦੇ ਵਿੱਚ ਜਦ ਆਪਾਂ ਪਰਫਾਰਮ ਕਰਦੇ ਹਾਂ ਟਾਈਮ ਤੇ ਥਾਂ ਨਹੀਂ ਦੇਖੀ ਜਾਂਦੀ, ਜੀ ਤੋੜ ਕੇ ਮਿਹਨਤ ਕਰਨੀ ਪੈਂਦੀ ਹੈ। ਠੀਕ ਹੈ, ਹੁਣ ਟਾਈਮ ਐਂਡ ਪਲੇਸ ਇਹਦੇ ਵਿੱਚ ਗੱਲ ਕੀਤੀ ਗਈ ਹੈ। ਟਾਈਮ ਫॉर ਪਰਫਾਰਮੈਂਸ ਆਫ ਪ੍ਰੋਮਿਸ, ਆਪਾਂ ਜਿਹੜੇ ਪ੍ਰੋਮਿਸਿਸ ਕੀਤੇ ਨੇ ਉਹ ਕਿਸ ਟਾਈਮ ਤੇ ਪਰਫਾਰਮ ਕਰਾਂਗੇ। टाइम एंड प्लेस फॉर परफॉर्मेंस ऑफ प्रॉमिस, प्लेस भी केड़ी होएगी। एप्लीकेशन फॉर परफॉर्मेंस ऑन सर्टेन डे टू बी अ प्रॉपर टाइम एंड प्लेस। हो सकता है तुसी अपनी वाइफ दे नाल किते बाहर गए हो ते ओ तां सही थां है नहीं ना ए परफॉर्म करन दे लई। प्लेस फॉर परफॉर्मेंस ऑफ प्रॉमिस ए तुसी कह नहीं सकदे सी यूएस तो जाके आपां इंडिया दे विच परफॉर्म करांगे। नो, इट्स नॉट गोना हैपन। परफॉर्मेंस इन मैनर, किस तरीके दे नाल परफॉर्म करोगे, तुसी घर दे नाल तां कर नहीं सकदे। मैनर ते टाइम प्रिस्क्राइब्ड जिहड़ा प्रॉमिस हैगा उहनूं किद्दां निभाना है, वो सारियां गल्लां इत्थे कीतियां गईयां ने। परफॉर्मेंस ऑफ रेसिप्रोकल प्रॉमिसेस, हुण जे एक बंदा निभा रहा है प्रॉमिस एफर्ट पा रहा है तां रेसिप्रोकल तां होना चाहिए, इसदा दूजी पार्टी नूं भी करना ही पएगा। Promiser not bound to perform unless reciprocal promisee ready and willing to perform। हो सकता है तुसी जे ग्रांट दी गल करो जिन्हें डिफीट किया है हॉरेस नू, एक बंदा कहे भी मैं तां परफॉर्म कर ले जितने भी मैं प्रॉमिसेस कीते सी, बट जेड़ा दूजा बंदा हैगा ये रेडी नहीं है। ऑर्डर ऑफ परफॉर्मेंस ऑफ रेसिप्रोकल प्रॉमिसेस, ओदा की ऑर्डर हैगा, पहला तुसी की करना है की नहीं करना, की लाइबिलिटी होएगी उदी जे तुसी नहीं करोगे, जे तुसी डिफॉल्ट करोगे फिर की करना पएगा। इफेक्ट ऑफ फेलियर टू परफॉर्म एट फिक्स टाइम, जे तुसी उस फिक्स टाइम दे विच परफॉर्म नहीं कर रहे तो इलेक्शन तो बाद तुसी कह रहे हो भी जी मैं तो हार गया, मैं ये हो गया, वो भी गलत हो जाएगा। इफेक्ट ऑफ सच फेलियर व्हेन टाइम इज नॉट एसेंशियल, जब टाइम एसेंशियल नहीं हुंदा फिर ओदा की इफेक्ट हुंदा है। अग्रीमेंट टू डू इम्पॉसिबल एक्ट, मान लो कोई इम्पॉसिबल जिहा एक्ट हैगा बीवी नूं खुश रखना इलेक्शन दे टाइम दे विच, ओदा की इफेक्ट होएगा। ते नाल दे नाल reciprocal promise to do things legal and also other things illegal, ये तां reciprocal हैगा ही है भी जब तुसी फोर्स दे विच आओगे तुसी कोई भी काम करोगे ते केड़ियां चीजां लीगल ने केड़ियां इलीगल ने ओदा ध्यान भी रखोगे। ते ऑल्टरनेटिव प्रॉमिस, one branch being illegal, alternative जे कोई promise हो सकता है उसका भी आ तां नहीं हो सकता पर मैं आ कर सकता। If you can't use money power, you might use muscle power, so वो भी हो सकता है। Then उस तो बाद appropriation of payments, election का time चल रहा है, the workers working for you, you know, when you're performing the act, तां उसदे विच payments करनियां पैणगियां। Application of payment where debt to be discharged is indicated, जब तुसी पैसे देने हैगे हैं किसी दे, you have to come clean। when it is not indicated भी एनू मैं पैसे नहीं देने हुन मेरा की बनू। application of payment where neither party appropriates, कोई भी ना मन्ने। ते नाल दी नाल contracts which need not to be performed, जब आप परफॉर्म कर रहे हुंदे ना सब तो ज्यादा खुशी उस टाइम हुंदी है भी हुन आपां ए तां नहीं परफॉर्म करना से उसदे विच आपां गल करांगे ऑल्टरेशन ऑफ कॉन्ट्रैक्ट दी। रिमिट परफॉर्मेंस ऑफ प्रॉमिस जिहदा मतलब कैंसिल कर देना, ये तां गल हो ही नहीं सी। कॉन्सिक्वेंसेस ऑफ रिसीजन जिहदा मतलब हुंदा है रिपील कर देना, कैंसलेशन ऑफ वॉइडेबल कॉन्ट्रैक्ट्स जो वॉइड हैगे ने जे आपां उहनूं कैंसिल कर दईए तां की कॉन्सिक्वेंसेस होणगे। हो सकता है परफॉर्म करदे होए किसी ने एडवांटेज लिया होए किसी वॉइड एग्रीमेंट का, ओदा की इंपैक्ट होएगा। ते मोड ऑफ कम्युनिकेटिंग और रिवोकिंग, किस तरीके दे नाल तुसी हटा सकदे हो कोई वॉइडेबल कॉन्ट्रैक्ट, ओदी भी गल कीती जाएगी।
The effect of neglect of promise to afford promiser reasonable facilities for performance. ਜੇ ਤੁਸੀਂ promise revoke ਕਰਤਾ ਜਾਂ ਤੁਸੀਂ neglect ਕਰਤਾ ਉਹਦਾ ਕੀ impact ਹੋਏਗਾ ਉਹ ਵੀ performance category ਦੇ ਵਿੱਚ ਆਂਦਾ ਹੈ chapter number 4 ਦੇ ਵਿੱਚ। ਹੁਣ ਤੁਸੀਂ perform ਕਰ ਰਹੇ ਹੋ ਉਸ ਦੇ ਵਿੱਚ ਕੀ ਹੋਏਗਾ chapter 5 ਵਿੱਚ you talk about certain relations resembling those created by contract। ਹੁਣ ਤੁਸੀਂ ਲੋਕਾਂ ਦੇ ਨਾਲ ਗੱਲਬਾਤ ਕਰੋਗੇ ਤੇ ਇਸ ਦੇ ਵਿੱਚ ਰਿਲੇਸ਼ਨਸ ਬਣਨਗੇ ਜੋ ਹੋ ਸਕਦਾ ਹੈ ਕੰਟਰੈਕਟ ਦੇ ਨਾਲ ਤੁਸੀਂ ਗੱਲਬਾਤ ਕੀਤੀ ਹੋਈ ਉਸ ਬੰਦੇ ਦੇ ਨਾਲ ਕੰਟਰੈਕਟ ਦੇ ਵਿੱਚ ਤੇ ਇਸ ਦੇ ਵਿੱਚ ਚੈਪਟਰ 5 ਦੇ ਵਿੱਚ we'll talk about claim for necessaries supplied to person incapable of contracting or on his account। So while you talk of your relations, ਹੋ ਸਕਦਾ ਹੈ ਇੱਕ ਬੰਦਾ ਜਿਹਦੇ ਨਾਲ ਤੁਸੀਂ ਕੰਟਰੈਕਟ ਦੇ ਵਿੱਚ ਆਣਾ ਚਾਹੁੰਦੇ ਸੀ ਜਾਂ ਆਏ ਹੋ he is incapable of entering into a contract ਉਸ ਵੇਲੇ ਤੁਸੀਂ ਕੀ ਕਰੋਗੇ reimbursement of person paying money due by another ਹੋ ਸਕਦਾ ਹੈ ਕੋਈ ਹੋਰ ਕਿਸੇ ਦੇ behalf ਤੇ ਪੈਸੇ ਦੇ ਰਿਹਾ ਹੋਵੇ you just trying to come up with some relations ਉਸ ਟਾਈਮ ਤੇ ਤੁਸੀਂ ਕੀ ਕਰੋਗੇ elections ਹੈਗੇ ਨੇ you know you pay to your workers ਉਸ ਟਾਈਮ ਤੇ ਤੁਸੀਂ ਕੀ ਕਰੋਗੇ obligation of person enjoying benefits of non gratuitous ਜਿਹਦਾ ਮਤਲਬ ਹੁੰਦਾ ਹੈ unjustified ਜੇ ਕੋਈ ਐਕਟ ਕਰ ਦੇ ਉਸ ਟਾਈਮ ਤੇ ਤੁਸੀਂ ਕੀ ਕਰੋਗੇ ਇਸ ਦਾ ਮਤਲਬ ਇਹ ਹੈਗਾ ਵੀ ਮੰਨ ਲਓ ਕੋਈ ਇਨਸਾਨ ਜਦ ਤੁਸੀਂ ਰਿਲੇਸ਼ਨਸ ਐਸਟੈਬਲਿਸ਼ ਕਰ ਰਹੇ ਹੋ ਲੌਫੁਲੀ ਤੁਹਾਡੇ ਲਈ ਕੁਝ ਕਰਦਾ ਹੈਗਾ ਬਟ ਉਹ ਨਹੀਂ ਚਾਹੁੰਦਾ ਵੀ ਤੁਸੀਂ ਉਹਦਾ ਕੋਈ ਰਿਟਰਨ ਕਰੋ ਫੇਵਰ ਬਟ ਹੋ ਸਕਦਾ ਹੈ ਲੇਟਰ ਸਟੇਜ ਦੇ ਵਿੱਚ ਯੂ ਬਾਉਂਡ ਟੂ ਐਕਚੁਅਲੀ ਪੇ ਰਿਸਪੈਕਟ ਟੂ ਵਾਟ ਹੀ ਡਿਡ ਤੇ ਉਸ ਤੋਂ ਬਾਅਦ ਰਿਸਪੌਂਸਿਬਿਲਿਟੀ ਆਫ ਫਾਈਂਡਰ ਆਫ ਗੁੱਡਸ ਹੋ ਸਕਦਾ ਹੈ ਤੁਹਾਡੇ ਪੈਨਫਲੇਟ ਵਗੈਰਾ ਇਲੈਕਸ਼ਨ ਦੇ ਵਿੱਚ ਗੁੰਮ ਗਏ ਹੋਣ when you're trying to establish relations under chapter 5 ਉਸ ਟਾਈਮ ਤੇ ਤੁਸੀਂ ਕੀ ਕਰੋਗੇ liability of person to whom money is paid election ਦੇ ਵਿੱਚ when you establish relations of course you pay money to the workers to do things for you ਤੇ ਉਸ ਟਾਈਮ ਤੇ ਤੁਸੀਂ ਕੀ ਕਰੋਗੇ now we're going to move to chapter number 6 which covers consequences of breach of contract। ਹੁਣ ਇੱਕ ਮੁੱਠੀ ਆਪਾਂ ਬੰਦ ਕਰ ਲਈਏ 5 ਚੈਪਟਰਸ ਆਪਾਂ ਕਰ ਲਏ ਨੇ ਹੁਣ ਜਦ 6ਵੀਂ ਉਂਗਲ ਆਪਾਂ ਕੀਤੀ ਹੈ ਅੱਗੇ ਤੇ ਉਸ ਦੇ ਵਿੱਚ ਤਾਂ ਇਹੀ ਹੈ ਜੀ ਬ੍ਰੀਚ ਦਾ ਹੋਏਗਾ ਜਦ ਤੁਸੀਂ ਰਿਲੇਸ਼ਨਸ ਐਸਟੈਬਲਿਸ਼ ਕਰ ਲਏ ਉਸ ਤੋਂ ਬਾਅਦ ਪੱਕਾ ਕੋਈ ਨਾ ਕੋਈ ਤਾਂ ਆ ਕੇ ਬ੍ਰੀਚ ਕਰੇਗਾ ਹੀ ਕਰੇਗਾ ਉਸ ਕੰਟਰੈਕਟ ਨੂੰ even if you've conveyed the same ਤੇ ਉਸ ਦੇ ਵਿੱਚ compensation for loss or damage ਕੀ ਹੋਏਗਾ ਉਹਦੀ ਗੱਲ ਕੀਤੀ ਗਈ ਹੈ ਜਦ ਬ੍ਰੀਚ ਆਫ ਕੰਟਰੈਕਟ ਹੁੰਦਾ ਹੈ ਜਿਹਦਾ ਮਤਲਬ ਇਹ ਹੈਗਾ ਵੋਲੇਸ਼ਨ ਹੁੰਦਾ ਹੈ ਕੀ ਕੰਪਨਸੇਸ਼ਨ ਹੋਏਗੀ ਤੇ ਹੋ ਸਕਦਾ ਹੈ ਜਦ ਬ੍ਰੀਚ ਆਫ ਕੰਟਰੈਕਟ ਹੋਏ ਤੁਸੀਂ ਕੋਈ ਪੈਨਲਟੀ ਜਾਂ ਫਿਰ ਕੋਈ ਪਨਿਸ਼ਮੈਂਟ ਦਿੱਤੀ ਹੋਏ ਤਾਂ ਜਿਹੜੀ ਕੰਪਨੀ ਜਾਂ ਜਿਹੜੀ ਪਾਰਟੀ ਇਹ ਦੱਸੇਗੀ ਵੀ ਬ੍ਰੀਚ ਹੋਇਆ ਕੰਟਰੈਕਟ ਦਾ ਇਟ ਵਿਲ ਸੀ ਕਿ if actually this has happened and then it can provoke the other party कि reasonable compensation दे दो या it depends on that party भी ਹੁਣ ਤੁਸੀਂ breach ਕੀਤਾ ਹੈ we might ask for some monetary compensation whatever they've written in the contract ਤੇ ਨਾਲ ਦੀ ਨਾਲ party rightfully rescinding ਜਿਹਦਾ ਮਤਲਬ ਹੁੰਦਾ ਹੈ cancelling or repealing the contract entitled to compensation ਜਿਹਦਾ ਮਤਲਬ ਜਿਸ ਪਾਰਟੀ ਨੇ contract breach kita hai they are entitled to pay compensation for any damage which they have caused the other party for not fulfilling the contract I hope this much is clear to all of you ਹੁਣ ਆਪਾਂ ਜਦ ਰਿਲੇਸ਼ਨਸ ਐਸਟੈਬਲਿਸ਼ ਕਰ ਲਏ ਉਸ ਤੋਂ ਬਾਅਦ 6ਵੀਂ ਉਂਗਲ ਖੱਡੀ ਸੀ ਤਾਂ ਉਹਦੇ ਵਿੱਚ ਬ੍ਰੀਚ ਆਫ ਕੰਟਰੈਕਟ ਹੋ ਗਿਆ ਸੀ ਬ੍ਰੀਚ ਆਫ ਕੰਟਰੈਕਟ ਹੋ ਗਿਆ ਇਹਦਾ ਮਤਲਬ ਤੁਹਾਡਾ ਬਹੁਤ ਸਾਰਾ ਪੈਸਾ ਚਲਾ ਗਿਆ ਹੁਣ what we are going to do is we're going to talk of sale of goods but then it came to my mind ਕਿ ਜਦ ਤੁਸੀਂ ਇਲੈਕਸ਼ਨ ਕਰ ਰਹੇ ਹੁੰਦੇ ਹੋ ਉਹਦੇ ਵਿੱਚ ਤੁਸੀਂ ਕੁਝ ਵੀ ਵੇਚ ਨਹੀਂ ਸਕਦੇ ਪਾਰਟੀ ਦਾ you can't use that model there so ਇਸੇ ਲਈ chapter number 7 ਜਿਹੜਾ ਹੈਗਾ sale of goods ਉਹ repeal ਕਰ ਦਿੱਤਾ ਗਿਆ ਹੈ now we straight away move to chapter number 8 indemnity ਜਿਹਦਾ ਮਤਲਬ ਹੁੰਦਾ ਹੈ insurance protection security ਜਾਂ ਆਪਾਂ ਕਹਿ ਸਕਦੇ immunity and guarantee ਹੁਣ 8ਵੀਂ chapter ਦੇ ਵਿੱਚ ਆਪਾਂ guarantee ਲਵਾਂਗੇ ਵੀ ਤੁਸੀਂ ਹੁਣ ਮੈਨੂੰ ਹੀ ਵੋਟ ਕਰਨਾ ਦੇਖੋ I've not used sale of goods or services for that matter so ਹੁਣ please ਮੈਨੂੰ
ਇਮਿਊਨਿਟੀ ਤੋਂ ਐਗਜ਼ੈਂਪਸ਼ਨ ਦੋ ਵੀ ਤੁਸੀਂ ਮੈਨੂੰ ਹੀ ਵੋਟ ਕਰੋਗੇ। ਤੇ ਇਸ ਦੇ ਵਿੱਚ ਕੰਟਰੈਕਟ ਆਫ ਇੰਡੈਮਨਿਟੀ ਦੀ ਗੱਲ ਕੀਤੀ ਗਈ ਹੈ। ਰਾਈਟਸ ਆਫ ਇੰਡੈਮਨਿਟੀ ਹੋਲਡਰ ਵੈਨ ਸਿਊਡ, ਕਦੋਂ ਨੂੰ ਸਿਊ ਕੀਤਾ ਜਾ ਸਕਦਾ ਹੈ। ਕੰਟਰੈਕਟ ਆਫ ਗਾਰੰਟੀ, ਕਿਹੜਾ ਕੰਟਰੈਕਟ ਹੈਗਾ ਗਾਰੰਟੀ ਦਾ ਵੀ ਹਾਂਜੀ ਤੁਸੀਂ ਮੈਨੂੰ ਹੀ ਵੋਟ ਕਰੋਗੇ, ਉਹਦੀ ਗੱਲ ਕੀਤੀ ਗਈ ਹੈ। ਕੰਸੀਡਰੇਸ਼ਨ ਫॉर ਗਾਰੰਟੀ, श्योरिटी लाइबिलिटी, ਜਿਹੜਾ ਬੰਦਾ ਗਾਰੰਟੀ ਲੈਂਦਾ ਹੈ ਵੀ ਮੈਂ ਦਵਾਂਗਾ ਹੀ ਦਵਾਂਗਾ, ਉਹਦੀ ਗੱਲ ਕੀਤੀ ਗਈ ਹੈ। ਕੰਟੀਨਿਊਇੰਗ ਗਾਰੰਟੀ ਵੀ ਹਾਂਜੀ ਤੁਸੀਂ ਤਾਂ ਗਾਰੰਟੀ ਦੇਤੀ, ਹੁਣ ਤੁਸੀਂ ਆਪਣੇ ਫੈਮਿਲੀ ਮੈਂਬਰਸ ਨੂੰ ਵੀ ਕਹੋ ਇਹ ਕਹਿਣ ਦੇ ਲਈ ਵੀ ਮੈਨੂੰ ਵੋਟ ਕਰਨ। रेवोकेशन ऑफ कंटिन्यूइंग गारंटी, हो सकता है उन्होंने ऑफिशियली कैंसिल कर दिता जाए जी मैं तो वोट दे दांगा पर मेरे फैमिली मैंबर्स जिहड़े हैगे ने दूजी पार्टी नूं वोट देना चाहुंदे ने। रेवोकेशन ऑफ कंटिन्यूइंग गारंटी बाय श्योरिटीज डेथ, जी डेथ हो जाए फिर भी श्योरिटी नहीं रहिंदी। लाइबिलिटी ऑफ टू पर्सनस primarily liable not affected by agreement between them that one shall be surety of others default. It just means if there are two people who are involved into a contract and they undertake a certain liability with the third person, ਤੇ ਉਹਨਾਂ ਦੋਨਾਂ ਦੇ ਵਿੱਚ ਜੇ ਕੁਝ ਹੋ ਜਾਂਦਾ it doesn't really affect the third person for that matter। ਤੇ ਨਾਲ ਦੀ ਨਾਲ ਆਪਾਂ ਗੱਲ ਕਰਾਂਗੇ ਇਸ ਦੇ ਵਿੱਚ discharge of surety by variance in terms of contract, ਕਿਵੇਂ ਤੁਸੀਂ ਵੈਰੀ ਕਰ ਸਕਦੇ ਹੋ ਕੰਟਰੈਕਟ ਵੀ ਨਹੀਂ ਇਸ ਪੋਲਿੰਗ ਸਟੇਸ਼ਨ ਤੇ ਨਹੀਂ ਉਸ ਪੋਲਿੰਗ ਸਟੇਸ਼ਨ ਤੇ ਆ ਕੇ ਵੀ ਤੁਸੀਂ ਵੋਟ ਦੇ ਸਕਦੇ ਹੋ। ਡਿਸਚਾਰਜ ਆਫ ਸ਼ੋਰਿਟੀ ਬਾय ਰਿਲੀਜ਼ ਔਰ ਡਿਸਚਾਰਜ ਆਫ ਪ੍ਰਿੰਸੀਪਲ ਡੈਟਰ, ਇਹਦੇ ਵਿੱਚ ਗੱਲ ਕੀਤੀ ਗਈ ਹੈ। ਇਸ ਦੇ ਵਿੱਚ ਇਹ ਸਮਝਾਇਆ ਗਿਆ ਹੈ ਵੀ ਮੰਨ ਲਓ ਇਟ ਹੈਪਨਸ ਏ ਨੇ ਕੰਟਰੈਕਟ ਕੀਤਾ ਬੀ ਦੇ ਨਾਲ ਟੂ ਗਰੋ ਅ ਕ੍ਰੌਪ ਆਫ ਇੰਡੀਗੋ, ਕਿ ਮੈਂ ਤੇਰੇ ਫਾਰਮ ਤੇ ਇੰਡੀਗੋ ਦੀ ਕ੍ਰੌਪ ਉਗਾਵਾਂਗਾ and मैं deliver लवांग ਇਹਦੀ delivery ਲਵਾਂਗਾ ਆਪਣੇ ਲਈ at a fixed rate। ਤੇ ਜਿਹੜਾ ਸੀ ਹੈਗਾ ਉਹ ਗਾਰੰਟੀ ਲੈਂਦਾ ਹੈ ਵੀ ਕੋਈ ਗੱਲ ਨਹੀਂ ਇਹਦੀ ਪਰਫਾਰਮੈਂਸ ਬਹੁਤ ਵਧੀਆ ਆਏਗੀ ਕੰਟਰੈਕਟ ਦੇ ਹਿਸਾਬ ਦੇ ਨਾਲ। ਤੇ ਬੀ ਕੀ ਕਰਦਾ ਬੜੀ ਚਲਾਕੀ ਦੇ ਨਾਲ ਵਾਟਰ ਦੀ ਇੱਕ ਸਟਰੀਮ ਜਿਹੜੀ ਇਰੀਗੇਸ਼ਨ ਦੇ ਲਈ ਜ਼ਰੂਰੀ ਹੁੰਦੀ ਹੈ ਏ ਦੇ ਫਾਰਮ ਤੇ ਉਹਨੂੰ ਡਾਇਵਰਟ ਕਰ ਦਿੰਦਾ ਹੈ। ਤੇ ਇਸ ਦੇ ਵਿੱਚ ਸੀ ਦੀ ਤਾਂ ਕੋਈ ਲਾਇਬਿਲਿਟੀ ਨਹੀਂ ਨਾ ਹੋਏਗੀ, he is no longer liable for this guarantee, it doesn't really affect C। then there is discharge of surety when creditor compounds with or gives time or agrees not to sue the principal debtor, ਜੇ ਕਿਸੇ ਦੇ ਪੈਸੇ ਲਏ ਹੋਏ ਨੇ ਜੇ ਬੰਦਾ ਹੀ ਮੰਨ ਜਾਂਦਾ ਵੀ ਕੋਈ ਗੱਲ ਨਹੀਂ ਜੀ ਆਰਾਮ ਨਾਲ ਦੇ ਦਿਓ, ਜਿਵੇਂ at times during election you happen to do away with the loans that are pending, farmers ਦੇ ਜਿਹੜੇ ਲੋਨਸ ਹੁੰਦੇ ਨੇ ਕਈ ਵਾਰ ਆਪਾਂ ਕੈਂਸਲ ਕਰ ਦਿੰਦੇ ਆ ਤਾਂ ਇਟਸ ਓਕੇ। then surety not discharged when agreement made with third party to give time to the principal debtor, which basically means if C is the holder of overdue bill of exchange drawn by A J as surety for B and accepted by B, contracts with M, they contract with M to give time to B, at that time A is not discharged। Then it also covers creditors, forbearance to sue does not discharge surety, release of one co-surety does not discharge others, it also has discharge of surety by creditors act or omission impairing surety's eventual remedy। ਤੇ ਨਾਲ ਦੇ ਨਾਲ ਇਹ ਗੱਲ ਕਰਦਾ ਹੈ ਜਿਹੜਾ ਚੈਪਟਰ 8 ਹੈਗਾ ਰਾਈਟਸ ਆਫ ਸ਼ੋਰਿਟੀ ਔਨ ਪੇਮੈਂਟ, surety's right to benefit of creditors' securities, guarantee obtained by misinterpretation invalid, guarantee obtained by concealment invalid, ਜੇ ਤੁਸੀਂ ਕੁਝ conceal ਕੀਤਾ ਹੈ ਉਹ ਵੀ invalid ਹੋਏਗਾ। this means ਮੰਨ ਲਓ ਇਹ ਇੱਕ ਹਿਊਮਨ ਬੀਇੰਗ ਹੈ ਜੋ ਬੀ ਨੂੰ ਕੰਮ ਦਿੰਦਾ ਹੈ ਕਿ ਤੁਸੀਂ ਮਨੀ ਕਲੈਕਟ ਕਰਨਾ ਹੈ। ਹੁਣ ਜਿਹੜਾ ਬੀ ਹੈਗਾ he fails to account for some of his collection ਜੋ ਦੀ receipts ਹੁੰਦੀਆਂ ਨੇ ਤੇ as a consequence ਇਹ ਕੀ ਕਹਿੰਦਾ ਵੀ ਤੂੰ ਆਪਣੀ ਅਕਾਊਂਟਿੰਗ ਦੇ ਵਿੱਚ ਗਲਤੀ ਕੀਤੀ ਹੈ। ਹੁਣ ਜਿਹੜਾ ਥਰਡ ਪਰਸਨ ਹੈਗਾ ਸੀ ਉਹ ਗਾਰੰਟੀ ਲੈਂਦਾ ਵੀ ਇਹਨੇ ਕੋਈ ਗੜਬੜ ਨਹੀਂ ਕੀਤੀ, ਪਰ ਇਹ ਕੀ ਕਰਦਾ ਹੈ ਪਿੱਛੇ ਜਿਹੜੀ ਗਲਤੀ ਬੀ ਨੇ ਕੀਤੀ ਸੀ ਉਹ ਸੀ ਨੂੰ ਨਹੀਂ ਦੱਸਦਾ। he doesn't make him aware ਕਿ ਬੀ ਨੇ ਪਹਿਲਾਂ ਇਹ ਹਰਕਤ ਕਰੀ ਹੋਈ ਹੈ ਤੇ ਉਸ ਤੋਂ ਬਾਅਦ ਪਤਾ ਚੱਲਦਾ ਹੈ ਵੀ ਬੀ ਨੇ ਡਿਫਾਲਟ ਕਰਤਾ ਤਾਂ ਗਾਰੰਟੀ ਇਸ ਟਾਈਮ ਤੇ
इनवैलिड हो जाती है बिकॉज सी ਨੂੰ नहीं पता सी बी ने पहला की हरकत की है. It also talks about guarantee on contract that creditor shall not act on it until co-security joins. हो सकता है बंदा मान जाए भी मैं तो नहीं एक्ट करांगा. Implied promise to indemnify ਜਿਹਦਾ मतलब ਹੁੰਦਾ है किसी ਨੂੰ compensate करना. To indemnify surety हो सकता है ਤੁਸੀਂ compensate करना होए किसी ਨੂੰ. Co-security is liable to contribute equally. Liability of co-security is bound in different sums. So when I say co-security is liable to contribute equally, it means if A, B, C, they are sureties to D for a sum of let's say 3,000 rupees lend to E, and E makes a default in the payment, then A, B, C, they are liable as between themselves to pay 1,000 rupees each. बेशक किसे होर दा लेना देना है पर तुसी दा प्रॉमिस कीता है ना, so ਤੁਹਾਨੂੰ 1,000 rupees each contribute करना पड़ेगा. And to the same extent, this also explains liability of co-securities bound in different sums, which basically means A, B, C are sureties for D, and they enter into several bonds, each in different, penalty. For example, if I say A has a penalty of 10,000 rupees, B has for 20,000 rupees, C has for 40,000 rupees, conditioned for D's duly accounting to E. So if D makes default to the extent of 30,000 rupees, then A, B, C, they're liable to pay 10,000 rupees. So we're going to revise it once again. ਸਭ ਤੋਂ ਪਹਿਲਾਂ ਹੈਗਾ preliminary, ਜਿਹਦੇ ਵਿੱਚ ਆਪਾਂ title discuss ਕੀਤਾ ਸੀ election ਦੇ ਬਾਰੇ relate ਕਰਕੇ ਇਹਨੂੰ. There were elections that were conducted in US in the year 1872, wherein Grant defeats Horace. ਉਸ ਤੋਂ ਬਾਅਦ first chapter ਦੇ ਵਿੱਚ they communicated with each other, what's acceptable, what's not. Second ਦੇ ਵਿੱਚ they talked about how to declare an agreement void, kehdi cheez galat hai, what are contracts. And then we moved on to chapter 3 where we talked about contingent contracts. You can talk about it as a conditional contract. ਤੇ ਉਸ ਤੋਂ ਬਾਅਦ ਸ਼ਰਤਾਂ ਲਾ ਕੇ we move to performance, ਕਿ perform ਕੀਤਾ ਗਿਆ, time, place, reciprocal promises. Then we talked about chapter 5 ਕਿ ਕਿਹੜੇ ਕਿਹੜੇ ਜੇ ਆਪਾਂ ਰਿਲੇਸ਼ਨਸ ਐਸਟੈਬਲਿਸ਼ ਕਰਦੇ ਹੈਗੇ ਆ ਉਹਦੇ ਵਿੱਚ ਕੀ ਧਿਆਨ ਰੱਖਣਾ ਪਏਗਾ. However, once you're done, then there can be a case ਮੁੱਠੀ ਬੰਦ ਹੋ ਗਈ, ਛੇਵੀਂ ਉਂਗਲ ਤੇ consequences of breach of contract ਹੋਏਗਾ. ਜਦ breach of contract ਹੋ ਗਿਆ, ਹੋ ਸਕਦਾ ਹੈ ਤੁਸੀਂ ਪੈਸੇ ਕਮਾਣਾ ਚਾਹੋ ਪਰ ਉਹ ਹੋ ਨਹੀਂ ਸਕਦਾ, that has been repealed. Moving on to part 8 or chapter 8, which talks about guarantee. We tusi relations establish karke guarantee le li. You're going to vote me and what are the cases thereby. And then we move on to chapter 9, which deals with bailment. ਹੁਣ ਜਦ ਤੁਸੀਂ guarantee ਲੈ ਲਈ, ਹੋ ਸਕਦਾ ਹੈ ਉਹ ਬੰਦੇ ਨੇ guarantee ਨਾ ਨਿਭਾਈ ਹੋਈ, ਤਾਂ ਆਪਾਂ bail ਦੀ ਗੱਲ ਕਰਾਂਗੇ ਇਸ ਦੇ ਵਿੱਚ. Here, bail doesn't mean ਕਿਸੇ ਨੂੰ jail ਤੋਂ ਬਾਹਰ ਕੱਢਣਾ. Here it just means the delivery of goods by one person to another for some purpose. ਜਦ ਇੱਕ ਨੇ ਦੂਜੇ ਨੂੰ ਕੁਝ ਸਮਾਨ ਭੇਜਣਾ ਹੋਏ, that's called bailment in terms of Indian Contract Act of 1872. ਹੁਣ ਇੱਥੇ ਕੀ ਕਵਰ ਕੀਤਾ ਜਾਂਦਾ ਹੈ ਉਹ ਆਪਾਂ ਇਲੈਕਸ਼ਨ ਪਰਸਪੈਕਟਿਵ ਦੇ ਵਿੱਚ ਕਵਰ ਕਰਦੇ ਹਾਂ. ਹੋ ਸਕਦਾ ਹੈ ਤੁਸੀਂ ਬੇਲ ਕਰਾਣੀ ਹੋਏ, ਕੌਣ ਬੇਲ ਕਰਾ ਰਿਹਾ, ਕਿਹਦੀ ਹੋ ਰਹੀ ਹੈ ਉਹਦੇ ਬਾਰੇ ਦੱਸਿਆ ਗਿਆ ਹੈ. ਕੌਣ ਡਿਲੀਵਰੀ ਕਰਾ ਰਿਹਾ, the leader, they themselves can't go. Then ਉਸ ਤੋਂ ਬਾਅਦ bailers duty to disclose faults in goods bailed, ਜਿਹੜਾ ਸਮਾਨ ਨਿਕਲਿਆ ਉਹਦੀ ਕੀ ਗਲਤੀ ਸੀ ਉਹਨੂੰ ਦੱਸਣਾ, ਕੇਅਰ ਟੇਕ ਕਰਨਾ. ਤੇ ਉਸ ਤੋਂ ਬਾਅਦ Bailee, when not liable for loss. Bailee ਉਹ ਹੁੰਦਾ ਹੈ person or party to whom goods are delivered for purpose, ਠੀਕ ਹੈ, without transfer of ownership. ਤੇ ਉਹਦੇ ਵਿੱਚ when he is not liable for the loss, ਹੋ ਸਕਦਾ ਹੈ ਵਿਚਕਾਰੀ ਬੰਦਾ ਉਡਾ ਦਿੱਤਾ ਜਾਏ. So that is there. Termination of bailment by Bailee's Act, ਉਹ ਵੀ ਗੱਲ ਕੀਤੀ ਗਈ ਹੈ. ਤੇ ਨਾਲ ਦੀ ਨਾਲ liability ਦੱਸੀ ਗਈ ਹੈ. ਤੇ ਇਹ ਦੱਸਿਆ ਗਿਆ effect of mixture with bailer's consent for his goods with
बेलीज की होएगा if he happens to mix the goods ਜਿਹਨੂੰ ਦੇਣੇ ਹੈ ਉਹਦੀ permission ਦੇ ਨਾਲ ਫਿਰ ਕੀ ਹੋਏਗਾ we talk about repayment restoration of goods return करने या फिर terminate कर देना किसी चीज ਨੂੰ we talk about bailor's responsibility to bailee and all those things where we talk about rights of finder of goods may sue for specific rewards offered ਜੇ ਕਿਸੇ ਨੂੰ ਹੋ ਸਕਦਾ ਹੈ ਖੋਇਆ ਹੋਇਆ ਸਮਾਨ ਮਿਲ ਜਾਏ ਉਹਦੇ ਵਿੱਚ ਕੀ ਹੁੰਦਾ ਹੈ then we can also talk about bailment of pledges ਹੁਣ pledge ਕੀ ਹੁੰਦੀ ਹੈ ਤੁਸੀਂ ਸ਼ਪਥ ਲਈ ਹੈ ਵੀ ਨਹੀਂ ਨਹੀਂ you don't have contracts only and only with me ਤੇ ਉਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਕਵਰ ਹੁੰਦੀਆਂ ਨੇ ਤੇ ਨਾਲ ਦੀ ਨਾਲ you're going to talk about suits by bailies or bailors against wrongdoers ਹੋ ਸਕਦਾ ਤੀਜਾ ਬੰਦਾ ਆ ਕੇ ਵਿੱਚ ਭਾਨੀ ਮਾਰ ਰਿਹਾ ਹੋਏ ਠੀਕ ਹੈ ਨਾ I mean maybe ਜਿਹਨੂੰ ਤੁਸੀਂ ਇੰਪ੍ਰਿਜ਼ਨ ਕੀਤਾ ਹੈ ਉਹਨੇ ਕੁਝ ਗਲਤ ਨਾ ਕੀਤਾ ਹੋਏ ਬਲਕਿ ਤੀਜਾ ਬੰਦਾ ਦੋਵੇਂ ਪਾਰਟੀਆਂ ਦੇ ਵਿੱਚ ਆ ਕੇ ਭਾਨੀ ਮਾਰ ਰਿਹਾ ਹੋਏ ਉਸ ਦੇ ਵਿੱਚ ਕੀ ਕੀਤਾ ਜਾਏਗਾ and finally guys chapter 10 which talks about agency now election ਕਰਾਉਣ ਦੇ ਲਈ ਆਪਾਂ ਜਿੰਨਾ ਇੰਨਾ ਸਾਰਾ ਕੰਮ ਕੀਤਾ ਹੈ we need to remember ਜੇ national level ਤੇ ਇੰਡੀਆ ਤੇ election ਹੁੰਦੇ ਨੇ we have national election commission however if we have elections at state or rural or urban area there we have state election commission similarly ਇੱਥੇ elections ਜਦ ਹੋ ਰਹੇ ਹੁੰਦੇ ਨੇ ਤਾਂ ਕੋਈ ਨਾ ਕੋਈ ਏਜੰਸੀ ਤਾਂ ਜ਼ਰੂਰ ਹੋਏਗੀ ਕਰਾਉਣ ਦੇ ਲਈ election ਇਹ ਸਾਰੀ ਚੀਜ਼ ਦੇਖਣ ਦੇ ਲਈ when we talk about Indian Contract Act ਤੇ ਇਹਦੇ ਵਿੱਚ ਦੱਸਿਆ ਜਾਏਗਾ ਵੀ ਏਜੰਟ ਕੌਣ ਹੁੰਦਾ ਹੈ agent is a person employed to do any act for another or to represent another in dealings with third person then who may be an employee agent who may be an agent ਕਿਹੜੀ consideration ਹੈਗੀ ਹੈ consideration not necessary ਇਹਦੇ ਵਿੱਚ consideration ਤਾਂ ਹੈ ਹੀ ਨਹੀਂ because it's all legal ਤੇ ਨਾਲ ਦੀ ਨਾਲ agents authority may be expressed ਉਹ ਵੀ ਦੱਸਣੀ ਬਹੁਤ ਜ਼ਰੂਰੀ ਹੈ ਹੋ ਸਕਦਾ ਹੈ ਉਹ ਆਪਣੀ ਲਿਮਿਟ ਤੋਂ ਬਾਹਰ ਨਾ ਜਾਏ then even if we talk about sub agents ਉਹਦੇ ਬਾਰੇ ਵੀ ਗੱਲ ਕੀਤੀ ਗਈ ਹੈ ਇੱਥੇ ਸਮਝਾਇਆ ਗਿਆ ਹੈ ਵੀ ਕਿਹੜੇ sub agents ਹੁੰਦੇ ਨੇ what is their relation with that principal and the person duly appointed by the agent ਉਹ ਸਾਰੀਆਂ ਗੱਲਾਂ ਕੀਤੀਆਂ ਗਈਆਂ ਨੇ ਤੇ ਐਂਡ ਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਹਾਂ we also talk about ratification wherein we talk about right of person as to acts done for him without his authority ਹੋ ਸਕਦਾ ਹੈ ਤੁਹਾਡੇ behalf ਤੇ ਕੋਈ ਹੋਰ ਜਾ ਕੇ ਕੋਈ ਕੰਮ ਕਰ ਦੇ ਵੀ ਨਹੀਂ ਜੀ I am one of his workers ਤੇ ਮੈਨੂੰ ਕਿਹਾ ਗਿਆ ਤੇ ਉਸ ਟਾਈਮ ਤੇ ਉਹ ਡਿਊਟੀ ਤਾਂ ਪਰਫਾਰਮ ਕਰ ਰਿਹਾ ਹੈ but ਤੁਹਾਡੀ ਨੌਲੇਜ ਦੇ ਵਿੱਚ ਨਹੀਂ ਹੈ So you can just disown such acts. हो सकता है ना you can tell the authority कि जी मेरे कहे ते किता नहीं. Ratification may be expressed or implied. जिदा मतलब ये है क्या है ratification ਨੂੰ ਤੁਸੀਂ express ਕਰ ਸਕਦੇ ਹੋ implied ਹੋ ਸਕਦਾ है in the conduct of the person on whose behalf the acts are done. ਇਹ ਕੀਤਾ ਜਾ ਸਕਦਾ ਹੈ ਜਿਵੇਂ A ਬੰਦਾ ਜਿਹੜਾ ਹੈਗਾ without B's authority lends B's money to C and afterward B accepts interest भी ले लेंदा है तो B's conduct implies a ratification of the loan. Do you get it? Then after that we also talk about the knowledge requisite for valid ratification ਇਹ ਵੀ ਚਾਹੀਦੀ ਹੁੰਦੀ ਹੈ effects ਕੀ ਹੁੰਦੇ ਨੇ ratification of unauthorized act and finally we're going to talk about revocation of authority which means termination of agency. You can do away with or cancel the decisions, the promises. Notice of revocation has to be made and everything to do with revocation and agent's duty to principal. Agent de jede account hai all that proceeding goes on. That all is discussed here. Principal duty to agent, effect of agency on contract with third person ਉਹ ਕੀ ਹੁੰਦਾ ਹੈ ਇਹ ਸਾਰਾ ਕੁਝ ਕੀਤਾ ਗਿਆ after that in chapter number 11 we talk of partnership which has been repealed ਕਿਉਂਕਿ ਸਾਨੂੰ ਪਤਾ ਹੈ election ਦੇ ਵਿੱਚ partnership a big no so that's all when we talk about Indian Contract Act of 1872. Thank you.